ਨੂੰ ਹਿੰਸਾ ਤੋਂ ਬਾਅਦ ਪ੍ਰਸ਼ਾਸਨ ਦਾ ਵੱਡਾ ਐਕਸ਼ਨ। ਤਾਬੜੂ ਦੇ ਵਿੱਚ ਮੁਸਲਿਮ ਰੋਹਿੰਗਿਆਂ ਦੀਆਂ ਸੈਂਕੜੇ ਝੁੱਗੀਆਂ ਤੇ ਚਲਾਇਆ ਬੁਲਡੋਜ਼ਰ। ਨੂੰ ਹਿੰਸਾ ਦੇ ਵਿੱਚ ਸ਼ਾਮਿਲ ਹੋਣ ਦਾ ਸ਼ੱਕ। ਹਰਿਆਣਾ ਦੇ ਨੂੰਹ ਦੇ ਵਿੱਚ ਹਿੰਸਾ ਦੀ ਐਸਪੀ ਤੇ ਡਿੱਗੀ ਗਾਜ। ਸਰਕਾਰ ਨੇ ਐਸਪੀ ਵਰੁਣ ਸਿੰਗਲਾ ਦਾ ਕੀਤਾ ਤਬਾਦਲਾ। ਨਰਿੰਦਰ ਬਿਜਾਰਨੀਆ ਨੂੰ ਕੀਤਾ ਤੈਨਾਤ। ਹਰਿਆਣਾ ਵਿੱਚ ਤਣਾਅ ਦੇ ਵਿਚਾਲੇ ਅੱਜ ਜੁਮੇ ਦੀ ਨਮਾਜ਼। ਅਲਰਟ ਤੇ ਪੁਲਿਸ ਪ੍ਰਸ਼ਾਸਨ। ਹਰਿਆਣਾ ਦੇ ਵਿੱਚ ਹੁਣ ਤੱਕ 93 FIR ਦਰਜ। 176 ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ। ਅੰਮ੍ਰਿਤਸਰ ਏਅਰਪੋਰਟ ਤੇ 2 ਘੰਟੇ ਤੱਕ ਬ੍ਰਿਟਿਸ਼ MP ਨੂੰ ਰੋਕੇ ਜਾਣ ਦਾ ਮਾਮਲਾ ਭਖਿਆ। ਤਨਮਨਜੀਤ ਢੇਸੀ ਬੋਲੇ, ਕਿਸਾਨ ਅੰਦੋਲਨ ਦੇ ਹੱਕ ਵਿੱਚ ਬੋਲਣ ਕਰਕੇ ਕੀਤਾ ਗਿਆ ਪਰੇਸ਼ਾਨ। ਤਾਂ ਸੁਖਬੀਰ ਬਾਦਲ ਨੇ ਕਿਹਾ, ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਪਹੁੰਚੀ ਡੂੰਘੀ ਠੇਸ। ਟਾਈਟਲਰ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਤੇ ਰਾਉਜ਼ ਐਵੀਨਿਊ ਕੋਰਟ ਅੱਜ ਸੁਣਾਵੇਗੀ ਫੈਸਲਾ। ਬੁਲਬੰਗਸ਼ ਮਾਮਲੇ ਦੇ ਵਿੱਚ ਟਾਈਟਲਰ ਨੇ ਲਗਾਈ ਹੈ ਅਰਜ਼ੀ। 84 ਕਤਲੇਆਮ ਦੌਰਾਨ 3 ਸਿੱਖਾਂ ਦੇ ਕਤਲ ਦਾ ਹੈ ਕੇਸ। ਦਿੱਲੀ ਸੇਵਾਵਾਂ ਬਿੱਲ ਨੂੰ ਹੁਣ ਰਾਜ ਸਭਾ ਦੇ ਵਿੱਚ ਪੇਸ਼ ਕਰਨ ਦੀ ਤਿਆਰੀ ਦੇ ਵਿੱਚ ਕੇਂਦਰ ਸਰਕਾਰ। ਕੱਲ ਭਾਰੀ ਹੰਗਾਮੇ ਦੇ ਵਿਚਾਲੇ ਲੋਕ ਸਭਾ 'ਚ ਹੋਇਆ ਸੀ ਪਾਸ। BJD ਅਤੇ YSR ਦੇ ਸਮਰਥਨ ਤੋਂ ਬਾਅਦ ਅੰਕੜੇ ਸਰਕਾਰ ਦੇ ਪੱਖ 'ਚ। ਅਜ਼ਰਬਾਈਜਾਨ ਤੋਂ ਭਾਰਤ ਲਿਆਂਦੇ ਸਚਿਨ ਬਿਸ਼ਨੋਈ ਦਾ ਮਾਮੇ ਲਾਰੈਂਸ ਦੇ ਨਾਲ ਹੋਵੇਗਾ ਸਾਹਮਣਾ। ਦੋਹਾਂ ਨੂੰ ਇਕੱਠਿਆਂ ਬਿਠਾ ਕੇ ਹੋਏਗੀ ਪੁੱਛਗਿੱਛ। ਜਲਦ ਲਾਰੈਂਸ ਨੂੰ ਬਠਿੰਡਾ ਤੋਂ ਦਿੱਲੀ ਲੈ ਕੇ ਜਾਵੇਗੀ ਪੁਲਿਸ। ਫਰੀਦਕੋਟ ਜੇਲ੍ਹ ਦੇ ਵਿੱਚ ਇੱਕ ਵਾਰ ਫਿਰ ਮੋਬਾਈਲ ਫੋਨ ਦੀ ਖੇਪ ਬਰਾਮਦ। ਤਲਾਸ਼ੀ ਦੌਰਾਨ 17 ਮੋਬਾਈਲ ਬਰਾਮਦ। ਤੰਬਾਕੂ ਦੇ ਵੀ ਮਿਲੇ ਬੰਡਲ। ਬਠਿੰਡਾ 'ਚ ਸਿਹਤ ਵਿਭਾਗ ਨੇ ਸਟਿੰਗ ਕਰ ਫੜੀ ਮਹਿਲਾ ਡਾਕਟਰ। ਗੈਰ ਕਾਨੂੰਨੀ ਤਰੀਕੇ ਦੇ ਨਾਲ ਅਬਾਰਸ਼ਨ ਕਰਨ ਦੇ ਲਈ ਲਏ ਸਨ 4500 ਰੁਪਏ। ਮੈਡੀਕਲ ਟੀਮ ਨੇ ਪੁਲਿਸ ਦੇ ਨਾਲ ਜਾ ਕੇ ਰੰਗੇ ਹੱਥੀਂ ਫੜਿਆ। ਚੰਡੀਗੜ੍ਹ ਸ਼ਿਮਲਾ ਨੈਸ਼ਨਲ ਹਾਈਵੇ ਤੋਂ ਬਾਅਦ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਵੀ ਹੋਇਆ ਬੰਦ। ਮੰਡੀ ਦੇ 6 ਮੀਲ ਦੇ ਨੇੜੇ ਪਹਾੜੀ ਤੋਂ ਮੁੜ ਡਿੱਗੀਆਂ ਚੱਟਾਨਾਂ। ਮਲਬਾ ਹਟਾਉਣ ਦਾ ਕੰਮ ਜਾਰੀ। ਛੋਟੀਆਂ ਗੱਡੀਆਂ ਨੂੰ ਡਾਇਵਰਟ ਕਰਕੇ ਭੇਜਿਆ ਜਾ ਰਿਹਾ। ਸਤਿ ਸ਼੍ਰੀ ਅਕਾਲ। 11 ਵਜੇ ਦੇ ਬੁਲੇਟਿਨ 'ਚ ਸਵਾਗਤ ਹੈ। ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਨੂੰ ਹਿੰਸਾ ਤੋਂ। ਤਾਂ ਨੂੰ ਹਿੰਸਾ ਤੋਂ ਬਾਅਦ ਪ੍ਰਸ਼ਾਸਨ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ। ਤਾਬੜੂ ਦੇ ਵਿੱਚ ਮੁਸਲਿਮ ਰੋਹਿੰਗਿਆਂ ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਸੈਂਕੜੇ ਝੁੱਗੀਆਂ ਤੇ ਬੁਲਡੋਜ਼ਰ ਚਲਾਇਆ ਗਿਆ ਹੈ। ਸਰਕਾਰੀ ਜ਼ਮੀਨ ਤੇ ਝੁੱਗੀਆਂ ਬਣਾ ਕੇ ਦੱਸੀ ਕਿ ਰਹਿ ਰਹੇ ਸਨ ਰੋਹਿੰਗਿਆ ਲੋਕਾਂ ਦੇ ਨੂੰ ਹਿੰਸਾ ਦੇ ਵਿੱਚ ਸ਼ਾਮਿਲ ਹੋਣ ਦਾ ਵੀ ਸ਼ੱਕ ਹੈ। ਤਾਂ ਸੈਂਕੜੇ ਹੀ ਝੁੱਗੀਆਂ ਨੇ ਜਿਨ੍ਹਾਂ ਤੇ ਪੀਲਾ ਪੰਜਾ ਚੱਲਿਆ ਹੈ। ਇਹਨਾਂ ਝੁੱਗੀਆਂ ਨੂੰ ਜਿਹੜਾ ਢਾਇਆ ਗਿਆ ਹੈ। ਦੱਸ ਦਈਏ ਕਿ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ ਔਰ ਇਹ ਸ਼ੱਕ ਹੈ ਕਿ ਜਿਸ ਤਰੀਕੇ ਦੇ ਨਾਲ ਨੂੰ ਹਿੰਸਾ ਹੋਈ ਹੈ ਉਹਨਾਂ ਦੇ ਵਿੱਚ ਇਹ ਸ਼ਾਮਿਲ ਸਨ ਲੋਕ ਰੋਹਿੰਗਿਆ ਮੁਸਲਮਾਨ ਨੇ ਜਿਹੜੇ ਕਿ ਇੱਥੇ ਰਹਿ ਰਹੇ ਸੀ, ਝੁੱਗੀਆਂ ਦੇ ਵਿੱਚ ਰਹਿ ਰਹੇ ਸੀ। ਔਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਸਰਕਾਰੀ ਜ਼ਮੀਨ ਸੀ ਜਿਸ ਤੇ ਕਿ ਝੁੱਗੀਆਂ ਬਣਾਈਆਂ ਹੋਈਆਂ ਸਨ, ਯਾਨੀ ਕਿ ਇਲੀਗਲ ਸੀ। ਇਹ ਨਾਜਾਇਜ਼ ਤੌਰ ਤੇ ਇੱਥੇ ਝੁੱਗੀਆਂ ਜਿਹੜੀਆਂ ਨੇ ਉਹ ਬਣੀਆਂ ਸਨ ਜਿਨ੍ਹਾਂ ਤੇ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ। ਤਾਬੜੂ ਹੈ ਨੂੰਹ ਦਾ ਇਲਾਕਾ ਜਿੱਥੇ ਕਿ ਇਹ ਕਾਰਵਾਈ ਕੀਤੀ ਗਈ ਹੈ। ਬੁਲਡੋਜ਼ਰ ਚਲਾਇਆ ਗਿਆ ਹੈ। ਰੋਹਿੰਗਿਆ ਦੇ ਨੂੰ ਹਿੰਸਾ ਦੇ ਵਿੱਚ ਸ਼ਾਮਿਲ ਹੋਣ ਦਾ ਸ਼ੱਕ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਅਸੀਂ ਕਹਿ ਸਕਦੇ ਹਾਂ ਇੱਕ ਤਰੀਕੇ ਦੇ ਨਾਲ। ਔਰ ਇਸ ਤੋਂ ਇਲਾਵਾ ਸਰਕਾਰੀ ਇਹ ਜ਼ਮੀਨ ਸੀ ਜਿੱਥੇ ਕਿ ਝੁੱਗੀਆਂ ਬਣਾਈਆਂ ਗਈਆਂ ਸਨ ਔਰ ਇਹ ਲੋਕ ਰਹਿ ਰਹੇ ਸਨ। ਜਿਸ ਤਰੀਕੇ ਦੇ ਹਾਲਾਤ ਬਣੇ ਨੇ ਹੁਣ ਤੱਕ ਦੀ ਗੱਲ ਕੀਤੀ ਜਾਏ 93 FIR ਨੂੰ ਹਿੰਸਾ ਤੋਂ ਬਾਅਦ ਦਰਜ ਹੋਈਆਂ ਨੇ। 176 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਉਹਨਾਂ ਦੀ ਪੇਸ਼ੀ ਵੀ ਹੋ ਰਹੀ ਹੈ ਕੋਰਟ ਦੇ ਵਿੱਚ। ਤਾਂ ਅੱਗੇ ਦੀ ਕਾਰਵਾਈ ਵੀ ਚੱਲ ਰਹੀ ਹੈ। ਪਰ ਉਸੇ ਦੇ ਵਿਚਾਲੇ ਇਹ ਸਭ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਸਖਤੀ ਵਰਤ ਰਿਹਾ है। धर्मवीर शर्मा ने मेरे सहयोगी फोन लाइन पे। धर्मवीर, क्या कुछ जानकारी है? देखिए, नूह का जो ताबड़ू इलाका है यहाँ पर जो अवैध झुग्गियाँ जो बनी हुई थी जिसमें कि रोहिंग्या मुसलमान रहते थे उन झुग्गियों को जमींदोज किया गया है। सैकड़ों झुग्गियों में हजारों लोग यहाँ रहते थे और प्रशासन को ये शक है कि जो ये मेवात के अंदर जो नूह के अंदर जो आगजनी हुई है 31 तारीख को उसमें कहीं ना कहीं ये लोग शामिल रहे हैं। उसी के चलते ये कार्रवाई की गई है क्योंकि ये जितनी भी झुग्गियाँ बनाई गई थी सभी अवैध झुग्गियाँ थी और इसमें अवैध तरीके से सरकारी जमीन पर झुग्गियाँ बना करके लोग यहाँ पर रह रहे थे और इसीलिए प्रशासन ने इसके ऊपर कार्रवाई की है। इस कार्रवाई के तहत पुलिस और पैरामिलिट्री फोर्स भी उस वक्त तैनात रही और सभी लोगों को यहाँ से खदेड़ दिया गया है और सभी झुग्गियों को जमींदोज कर दिया गया है। जी जी, ठीक है धर्मवीर, बहुत बहुत शुक्रिया तमाम जानकारी के लिए। तो ये तस्वीर सामने आईਆਂ ने और सैकड़े ही झुग्गियां ने जिन्हां ते बुलडोजर चलिया।
ਅੱਗੇ ਵਧਾਂਗੇ ਤਾਂ ਗੁਰੂਗ੍ਰਾਮ ਦੇ ਭਵਾਨੀ ਐਨਕਲੇਵ ਦੇ ਵਿੱਚ ਹੰਗਾਮੇ ਦੀ ਖਬਰ ਹੈ। ਸ਼ਰਾਰਤੀ ਅਨਸਰਾਂ ਨੇ ਦੱਸਿਆ ਕਿ ਗੱਡੀਆਂ ਦੀ ਭੰਨਤੋੜ ਕੀਤੀ ਹੈ। ਘਰਾਂ ਦੇ ਬਾਹਰ ਇਹ ਗੱਡੀਆਂ ਖੜੀਆਂ ਸਨ, ਜਿਨ੍ਹਾਂ ਕਾਰਾਂ ਦੇ ਸ਼ੀਸ਼ੇ ਤੋੜ ਦਿੱਤੇ ਗਏ ਨੇ। ਇਲਾਕੇ ਦੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ। ਤਾਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਨ੍ਹਾਂ ਦੇ ਸ਼ੀਸ਼ੇ ਤੋੜੇ ਗਏ ਨੇ ਗੱਡੀਆਂ ਦੇ। ਘਰਾਂ ਦੇ ਬਾਹਰ ਇਹ ਗੱਡੀਆਂ ਖੜੀਆਂ ਸਨ। ਗੁਰੂਗ੍ਰਾਮ ਦੇ ਵਿੱਚ ਇਹ ਤਸਵੀਰਾਂ ਸਾਹਮਣੇ ਆਈਆਂ। ਗੁਰੂਗ੍ਰਾਮ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਅਜਿਹੇ ਬਦਮਾਸ਼ਾਂ ਦਾ ਆਤੰਕ ਵੇਖਣ ਨੂੰ ਮਿਲਿਆ ਹੈ। ਭਵਾਨੀ ਐਨਕਲੇਵ ਹੈ ਜਿੱਥੇ ਹੰਗਾਮਾ ਹੋਇਆ। ਸ਼ਰਾਰਤੀ ਅਨਸਰਾਂ ਦੇ ਵੱਲੋਂ ਅਜਿਹਾ ਕੀਤਾ ਗਿਆ ਹੈ। ਗੱਡੀਆਂ ਦੀ ਭੰਨਤੋੜ ਕੀਤੀ ਗਈ ਹੈ, ਸ਼ੀਸ਼ੇ ਤੋੜੇ ਗਏ ਨੇ। ਘਰਾਂ ਦੇ ਬਾਹਰ ਇਹ ਗੱਡੀਆਂ ਖੜੀਆਂ ਸਨ। ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਸ਼ੀਸ਼ਿਆਂ ਦੀ ਭੰਨਤੋੜ ਕੀਤੀ ਗਈ ਹੈ। ਗੱਡੀਆਂ ਦਾ ਨੁਕਸਾਨ ਕੀਤਾ ਗਿਆ ਹੈ। ਇਲਾਕੇ ਦੇ ਲੋਕਾਂ 'ਚ ਡਰ ਦਾ ਮਾਹੌਲ ਹੈ। ਜਿਸ ਤਰੀਕੇ ਦੇ ਨਾਲ ਇਹ ਤਸਵੀਰ ਬਣੀ ਹੈ, ਕਾਰਾਂ ਦੀ ਭੰਨਤੋੜ ਕੀਤੀ ਗਈ ਹੈ। ਦਿਖਾ ਰਹੇ ਹਾਂ ਤੁਹਾਨੂੰ ਵੱਖੋ-ਵੱਖ ਵਾਹਨ ਨੇ। ਹਾਲਾਂਕਿ ਇੱਕ ਆਟੋ ਵੀ ਸਾਨੂੰ ਨਜ਼ਰ ਆ ਰਿਹਾ ਹੈ, ਇਸ ਦੀ ਵੀ ਭੰਨਤੋੜ ਕੀਤੀ ਗਈ ਹੈ। ਗੱਡੀਆਂ ਨੇ ਵੱਖੋ-ਵੱਖ ਮਹਿੰਗੀਆਂ ਗੱਡੀਆਂ ਨੇ, ਅਸੀਂ ਕਹਿ ਸਕਦੇ ਹਾਂ। ਭਾਰੀ ਨੁਕਸਾਨ ਹੋਇਆ ਹੈ ਮਾਲਕਾਂ ਦਾ, ਗੱਡੀਆਂ ਦੇ ਮਾਲਕਾਂ ਦਾ, ਕਿਉਂਕਿ ਸ਼ੀਸ਼ੇ ਤੋੜ ਦਿੱਤੇ ਗਏ ਨੇ। गुरुग्राम के भवानी इनक्लेव में देर रात कई सारी गाड़ियों के शीशे तोड़ दिए गए। रात करीब 2 बजे के आसपास की ये घटना बताई जा रही है, जब गलियों में जितनी भी गाड़ियां खड़ी थी उन काफी सारी गाड़ियों को निशाना बनाया गया और इन गाड़ियों को काफी नुकसान पहुंचाया गया है। सभी गाड़ियों के शीशे जो है वो तोड़े गए हैं। तस्वीरों में आप देख रहे हैं कि ये एक स्कॉर्पियो गाड़ी है काले रंग की, जिसका जो शीशे हैं वो तोड़े गए। इसके आसपास और भी जो गाड़ियां थी उनके भी इसी तरह से शीशे तोड़े गए हैं। यहाँ गलियों में काफी सारी गाड़ियां खड़ी रहती हैं और यही वजह है कि बताया जा रहा है कि रात को करीब 2 लोग जो हैं वो आए हैं और उन्होंने इन सब गाड़ियों को नुकसान पहुंचाया है। ये दूसरी गाड़ी है सफेद रंग की डिजायर गाड़ी, जो कि इसका भी इसी तरह से शीशा तोड़ा गया है। यहाँ आसपास जो सीसीटीवी फुटेज है उसके आधार पर जब देखा गया तो उसमें 2 लोग दिखाई दे रहे हैं जो यहाँ से भागते हुए और गाड़ियों को नुकसान पहुंचाते हुए दिखाई दे रहे हैं। लेकिन ये 2 लोग कौन थे, कहां से आए थे और क्यों इन गाड़ियों को निशाना बनाया, ये साफ नहीं है। गुरुग्राम पुलिस अब जांच कर रही है कि कहीं ये आपसी भाईचारे को खराब करने की कोई साजिश तो नहीं है या फिर किसी शरारती तत्व का काम तो नहीं है कि आपसी भाईचारा जो उसको खराब किया जाए और उसी के तहत इन गाड़ियों को नुकसान पहुंचाया गया हो। ये तस्वीरें सिर्फ एक गली की नहीं है, बल्कि इसके साथ में जो दूसरी गलियां हैं उन गलियों में भी ठीक इसी तरह से जो गाड़ियां खड़ी हैं उन गाड़ियों को भी इसी तरह से निशाना बनाया गया है। और करीब 1.5 दर्जन गाड़ियां ऐसी रही हैं जिनके शीशे तोड़े गए हैं। ये अलग अलग गाड़ियां हैं, अलग अलग मालिकों की हैं, जो कि रात के समय में घर से बाहर गली में खड़ी थी और इनको टारगेट किया गया और उसके बाद इनको तोड़ दिया गया। अब गुरुग्राम पुलिस जांच कर रही है, सीसीटीवी फुटेज को भी अपने कब्जे में लिया है और ये जांचने की कोशिश कर रही है कि जो लोग इन गाड़ियों को तोड़ कर गए हैं वो लोग कौन थे और किस समुदाय से जुड़े हुए थे, कि कहीं कोई साजिश तो नहीं है। धर्मवीर शर्मा, न्यूज़ 18, गुरुग्राम। ਤਾਂ ਹਰਿਆਣਾ ਦੇ ਨੂੰਹ ਦੇ ਵਿੱਚ ਹਿੰਸਾ ਤੋਂ ਬਾਅਦ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ। ਨੂੰਹ ਦੇ ਐਸਪੀ ਵਰੁਣ ਸਿੰਗਲਾ ਦਾ ਤਬਾਦਲਾ ਕਰ ਦਿੱਤਾ ਗਿਆ, ਟ੍ਰਾਂਸਫਰ ਕੀਤੀ ਗਈ ਹੈ। ਨਰਿੰਦਰ ਬਿਜਾਰਨੀਆ ਨੇ ਨੂੰਹ ਦੇ ਹੁਣ ਨਵੇਂ ਐਸਪੀ ਹੋਣਗੇ। ਤਾਂ ਦੱਸ ਦਈਏ ਕਿ ਗਾਜ ਡਿੱਗੀ ਹੈ ਐਸਪੀ ਤੇ, ਜਿਸ ਤਰੀਕੇ ਦੇ ਨਾਲ ਹਾਲਾਤ ਬਣੇ, ਹਿੰਸਾ ਹੋਈ ਹੈ, ਵੱਡਾ ਨੁਕਸਾਨ ਹੋਇਆ, ਮਾਲੀ ਨੁਕਸਾਨ ਹੋਇਆ, ਸਰਕਾਰੀ ਪ੍ਰਾਪਰਟੀ ਜਿਹੜੀ ਹੈ ਉਸ ਦਾ ਵੱਡਾ ਨੁਕਸਾਨ ਹੋਇਆ ਹੈ। ਤਾਂ ਜਿਸ ਤੋਂ ਬਾਅਦ ਇਹ ਟ੍ਰਾਂਸਫਰ ਹੋਈ ਹੈ ਔਰ ਨਵੇਂ ਐਸਪੀ ਵੀ ਜਿਹੜੇ ਨੇ ਉਹ ਤੈਨਾਤ ਕਰ ਦਿੱਤੇ ਗਏ ਨੇ। ਨਰਿੰਦਰ ਬਿਜਾਰਨੀਆ ਨੇ ਨੂੰਹ ਦੇ ਨਵੇਂ ਐਸਪੀ ਹੋਣਗੇ। उधर हरियाणा के नूह के हिंसा तो बाद खौफजदा लोग ने दस दईए कि नूह तो हुण प्रवासी परिवार जिहड़े ने वो पलायन कर रहे हैं, यानी कि छड्ड के जा रहे हैं नूह नूं। वड्डी गिनती दे विच प्रवासी लोग ने जिहड़े कि नूह छड्ड रहे ने, राजस्थान दे यूपी दे वल पलायन कर रहे हैं। तस्वीरां दिखा रहे हैं और समान जिहड़ा है उन्होंने अपने आप ही चुक्या होया है। कह लीए कि वाहन जिहड़े ने उत्थे बहुत आसानी दे नाल नहीं मिल रहे, काफ़ी समस्या तो लोग गुजर रहे ने। उन्हों का कहना है कि जिस तरीके के हालातों च असीं गुजरे हाँ तो बहुत ही मुश्किल है इत्थे जान बचाउणा, तो जिसनूं लैके चिंता या कह लीए कि खौफ दे विच ने। जिस तो बाद ये पलायन कर रहे ने, ये छड्ड के जा रहे ने नूं। कहाँ रहते थे और कहाँ जा रहे हो आप? हम अपने गांव जा रहे हैं बाबू जी। क्यों? काम धंधा नहीं लग रहा है, खाने के लिए कुछ बचा भी नहीं है हमारे पास अब, इसलिए गांव जा रहे हैं। और कहाँ रहते थे आप? नूह में रहते थे। नूह में रहते थे। जी सर। और क्या काम धंधा करते थे? यही मजदूरी करते थे। काम बंद हो गया तो गांव जा रहे हैं। यहाँ क्या करेंगे, 4-5 दिन। पैदल कहाँ निकल रहे हो आप लोग? अब वाहन ही नहीं मिल रहे अभी, वाहन नहीं मिल रहे तो अभी जहाँ तक मिलेंगे जहाँ से वहाँ से बैठ जाएंगे। वैसे कब तक पैदल चलते रहोगे? चलते रहेंगे जहाँ तक साधन नहीं